सर मेरा नाम सी अमनजोत कौर है। सर ये प्रोग्राम ਅੱਜ ਸਾਡੀ ਆਰਗੇਨਾਈਜੇਸ਼ਨ ਇੰਡਾਇਰੈਕਟ ਟੈਕਸਸ ਕੰਸਲਟੈਂਟ ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ। ਇਹ ਪ੍ਰੋਗਰਾਮ ਦਾ ਥੀਮ ਸੀਗਾ ਜੀਐਸਟੀ ਗਿਆਨ ਪਰਵ, ਜੋ ਕਿ ਫਰੈਂਡਸ ਹੋਟਲ ਫਰੈਂਡਸ ਵਿੱਚ ਫਿਰੋਜ਼ਪੁਰ ਰੋਡ ਤੇ ਪ੍ਰੋਗਰਾਮ ਹੋਇਆ ਵੈ। ਇਹ ਪ੍ਰੋਗਰਾਮ ਬੇਸਿਕਲੀ ਅਸੀਂ ਕੀਤਾ ਗਿਆ ਸੀਗਾ ਕਿ ਜੋ ਸਾਡੀ ਜੀਐਸਟੀ ਦੀ ਪ੍ਰੋਵੀਜ਼ਨਸ ਨੇ, ਜੋ ਸਾਡੀ ਜੀਐਸਟੀ ਦੇ ਵਿੱਚ ਜੁਡੀਸ਼ੀਅਲ ਪ੍ਰੋਨਾਉਂਸਮੈਂਟਸ ਰੋਜ਼ ਦੀ ਰੋਜ਼ ਆ ਰਹੀਆਂ ਨੇ, ਉਹਨਾਂ ਦੇ ਨਾਲ ਜੋ ਵਪਾਰੀਆਂ ਨੂੰ ਜਾਂ ਜੋ ਟੈਕਸ ਪੇਅਰਸ ਨੇ ਉਹਨਾਂ ਨੂੰ ਪ੍ਰੋਬਲਮਸ ਆ ਰਹੀਆਂ ਨੇ, ਉਹਨਾਂ ਦੇ ਉੱਤੇ ਉਹਨਾਂ ਨੂੰ ਜਾਗਰੂਕ ਕਰਾਇਆ ਜਾ ਸਕੇ ਥਰੂ देयर ਚਾਰਟਰਡ ਅਕਾਊਂਟੈਂਟਸ। ਸੋ ਦਿਸ ਪ੍ਰੋਗਰਾਮ ਵਾਸ exclusively for chartered accountants। ਸਰ ਇਹ ਪ੍ਰੋਗਰਾਮ ਅਸੀਂ ਫਸਟ ਟਾਈਮ ਸਾਡੀ ਐਸੋਸੀਏਸ਼ਨ ਵੱਲੋਂ ਇੱਦਾਂ ਦਾ ਪ੍ਰੋਗਰਾਮ ਫਸਟ ਟਾਈਮ ਆਰਗੇਨਾਈਜ਼ ਕੀਤਾ ਗਿਆ ਹੈ, ਜਿਹਦੇ ਵਿੱਚ ਅਸੀਂ ਪੂਰਾ ਪ੍ਰਯਤਨ ਕੀਤਾ ਕਿ ਸਾਡੇ ਜਿਹੜੇ ਸੈਂਟਰ ਔਰ ਸਟੇਟ ਦੇ ਆਫੀਸ਼ੀਅਲਸ ਨੇ ਉਹ ਇੱਥੇ ਆਉਣ, ਅਸੀਂ ਉਹਨਾਂ ਨੂੰ ਫੈਲੀਸੀਟੇਟ ਕਰੀਏ, ਕਿਉਂਕਿ ਉਹਨਾਂ ਦਾ ਵੀ ਬਹੁਤ ਅੱਛਾ ਔਰ ਇੰਪੋਰਟੈਂਟ ਰੋਲ ਹੈਗਾ ਹੈ ਇਕੋਨਮੀ ਦੀ ਤਰੱਕੀ ਵੱਲ। ਸੋ ਇਹਦੇ ਵਿੱਚ ਸਾਡੇ ਜਿਹੜੇ ਪ੍ਰਿੰਸੀਪਲ ਕਮਿਸ਼ਨਰ ਨੇ ਸੈਂਟਰ ਜੀਐਸਟੀ ਲੁਧਿਆਣਾ ਦੇ ਸ਼੍ਰੀ ਸੁਗਰੀਵ ਮੀਨਾ ਜੀ ਉਹ ਆਏ ਸੀਗੇ, ਰਣਧੀਰ ਕੌਰ ਗਿੱਲ ਮੈਮ ਆਏ ਸੀਗੇ ਜੋ ਡੀਸੀ ਨੇ ਸਟੇਟ ਟੈਕਸਿਸ ਦੇ, ACSTs ਆਏ ਸੀਗੇ ਆਨਰੇਬਲ ਡਿਪਟੀ ਕਮਿਸ਼ਨਰਸ, ਉਹਨਾਂ ਨੇ ਇੱਥੇ ਆ ਕੇ ਸਾਡੇ ਜਿਹੜੇ ਪ੍ਰੋਗਰਾਮ ਨੂੰ ਹੈ ਉਹਦਾ ਮਾਣ ਵਧਾਇਆ। मैं CA दिनेश शर्मा, फॉर्मर वाइस चेयरमैन ऑफ नॉर्थ इंडिया रीजनल काउंसिल ऑफ द इंस्टीट्यूट ऑफ चार्टर्ड अकाउंटेंट्स ऑफ इंडिया। ਅੱਜ ਦਾ ਪ੍ਰੋਗਰਾਮ GST ਗਿਆਨ ਪਰ ਸਾਡੇ ਰਿਸਪੈਕਟਡ ਜਿਹੜੇ ਆਪਣੇ ਪ੍ਰੈਜ਼ੀਡੈਂਟ ਸਾਹਿਬ ਹੈਗੇ ITCA ਦੇ ਰਾਜੀਵ ਸ਼ਰਮਾ ਜੀ ਦੀ ਸਰਪ੍ਰਸਤੀ 'ਚ ਪੂਰੀ ਟੀਮ, ਮੇਰੇ ਨਾਲ ਚੇਅਰਮੈਨ ਸਾਡੇ ਖੜੇ ਹੈਗੇ ਆ ITCA ਗਵਰਨਿੰਗ ਬੋਡੀ ਦੇ, ਇਹਨਾਂ ਸਭ ਦੀ ਸਰਪ੍ਰਸਤੀ 'ਚ ਪ੍ਰੋਗਰਾਮ ਹੋ ਰਿਹਾ ਹੈ ਤਾਂ ਕਿ ਮੈਂਬਰਸ ਦੀ ਜਿਹੜੀ ਨੌਲੇਜ ਹੈਗੀ GST ਲਈ, ਜਿਹਨੂੰ ਅਸੀਂ ਹੋਰ ਸ਼ਾਰਪਨ ਕਰ ਸਕੀਏ, ਉਹਦੇ ਲਈ ਅਸੀਂ ਗੈਸਟ ਸਪੀਕਰ ਬੁਲਾਏ ਹੋਏ ਆ, ਆਪਣਾ ਜਿਹੜੇ ਮੁੰਬਈ ਤੋਂ ਆਏ ਹੈ ਐਂਡ ਆਪਣੇ ਜੈਪੁਰ ਤੋਂ ਆਏ। ਐਂਡ ਸਭ ਤੋਂ ਵੱਡੀ ਗੱਲ ਹੈ ਕਿ ਡਿਪਾਰਟਮੈਂਟ ਦੀ ਇੰਟਰੈਕਸ਼ਨ ਮੈਂਬਰਸ ਲਈ ਉਸ ਬਹੁਤ ਵੱਡਾ ਉਪਰਾਲਾ ਕੀਤਾ ਗਿਆ। ਰਿਸਪੈਕਟਡ CGST ਕਮਿਸ਼ਨਰੇਟ ਤੋਂ ਪ੍ਰਿੰਸੀਪਲ ਕਮਿਸ਼ਨਰ, ਦ ਐਂਟਾਇਰ ਆਫਿਸਰ ਐਂਡ ਫਰੋਮ ਦ ਡਿਪਾਰਟਮੈਂਟ ਆਫ ਦ ਸਟੇਟ GST, ਆਲ ਦ ਆਫਿਸਰਸ ਵਰ ਪ੍ਰੈਜ਼ੈਂਟ ਇਨ ਦ ਮੀਟਿੰਗ। ਉਹਨਾਂ ਨੇ ਆਪਣੀ ਡਿਸਕਸ਼ਨਸ ਕੀਤੀਆਂ ਵੀ ਉਹਨਾਂ ਦੀ ਕੀ ਸੋਚ ਹੈਗੀ ਹੈ ਮੈਂਬਰਸ ਤੋਂ, ਬੀਇੰਗ ਚਾਰਟਰਡ ਅਕਾਊਂਟੈਂਟਸ ਤੋਂ, ਔਰ ਇੰਡਸਟਰੀ ਤੋਂ ਕੀ ਸੋਚ ਰਹੇ ਹੈਗੇ ਹੈ, ਤਾਂ ਕਿ GST ਦੀ ਬਹੁਤ ਜਿਹੜੀ ਇਸ ਟਾਈਮ ਦੇਖੋ ਇਸ ਕਲੈਕਸ਼ਨ ਬਹੁਤ ਵਧੀਆ ਗਈ। ਰਾਦਰ ਸਟੇਟ GST ਆਫਿਸਰ ਮੈਡਮ ਨੇ ਕਿਹਾ ਵੀ ਇਹ ਮੈਡਮ ਰਣਜੀਤ ਕੌਰ ਜੀ ਨੇ ਵੀ ਇਸ ਵਾਰ ਜਿਹੜੀ GST ਦੀ ਪੰਜਾਬ ਦੀ ਕਲੈਕਸ਼ਨ ਹੈ ਬਹੁਤ ਹੀ ਵਧੀਆ, ਬਹੁਤ ਹਾਈ ਲੈਵਲ ਦੀ, ਜਿਹਦੇ ਵਿੱਚ ਬਹੁਤ ਸਾਰੀ ਮਿਹਨਤ ਚਾਰਟਰਡ ਅਕਾਊਂਟੈਂਟਸ ਨੇ ਨਾਲ ਮਿਲ ਕੇ ਕੀਤੀ ਹੋਈ ਹੈ। ਦੇਖੋ ਇੱਕ ਗੱਲ ਮੰਨ ਕੇ ਚੱਲੀਏ, ਜਦੋਂ GST ਲਾਗੂ ਹੋਇਆ 2017 ਦੇ ਵਿੱਚ, ਤੇ ਚਾਰਟਰਡ ਅਕਾਊਂਟੈਂਟਸ ਨੇ ਡੇ ਐਂਡ ਨਾਈਟ ਇੱਕ ਮਿਹਨਤ ਕੀਤੀ ਹੈ, ਔਰ ਸਰਕਾਰ ਇਹ ਮੰਨਦੀ ਵੀ ਹੈ, ਚਾਹੇ ਉਹ ਸੈਂਟਰ ਗੌਰਮੈਂਟ ਚਾਹੇ ਸਟੇਟ ਗੌਰਮੈਂਟ ਹੈ, ਵੀ ਚਾਰਟਰਡ ਅਕਾਊਂਟੈਂਟਸ ਨੇ GST ਦੇ ਕਾਨੂੰਨ ਨੂੰ ਇੱਕ ਸਫਲ ਕਾਨੂੰਨ ਬਣਾਇਆ, ਜਿਹਨੂੰ ਇੰਪਲੀਮੈਂਟੇਸ਼ਨ ਕਰਨ ਲਈ ਔਰ ਇੰਡਸਟਰੀ ਨੂੰ ਨੌਲੇਜ ਦੇਣ ਲਈ ਡੇ ਐਂਡ ਨਾਈਟ ਉਹਨਾਂ ਨੇ ਕੰਮ ਕੀਤਾ ਤੇ ਸੈਮੀਨਾਰਸ ਵਰਕਸ਼ॉप्स ऑर्गेनाइज ਕੀਤੀਆਂ। क्योंकि जो GST कानून है ये ना तो सिर्फ कानून है ना सिर्फ अकाउंटेंसी है, ये उन दोनों का मिला जुला रूप है जो कि एक चार्टर्ड अकाउंटेंट से ज़्यादा अच्छा कोई नहीं समझ सकता। इस रीज़न से CAs अकाउंटिंग और टैक्स दोनों को समझ के करते हैं सारे काम। लेकिन इसमें एक जो इश्यूज़ जो आज की डेट में आ रहे हैं, इम्पॉर्टेंट इशू ये है कि जब GST के अंदर में फ्रॉड्स डिटेक्ट होने लगे या कुछ कह सकते हैं ब्लैक शीप्स हैं, तो उसकी वजह से जो सरकार ने कानून अमेंड किए, अपने नए नए कानून में कई कई चीज़ें लेके आए। हमारा ब्रॉड ऑब्जर्वेशन ये है कि उसकी वजह से वो ब्लैक शीप्स तो कम पकड़ में आई, रेदर जो जेन्युइन बिजनेसमैन हैं उनके ऊपर हार्डशिप ज़्यादा हो रही है, उनके लिए फॉर्मेलिटीज़ बहुत ज़्यादा बढ़ गई हैं। अगर मैं शुरुआत से कंपेयर करूं और आज कंपेयर करूं तो वर्किंग जो है वो थोड़ा और ज़्यादा मुश्किल है, जितनी जो GST के ऑब्जेक्टिव से वो मीट आउट नहीं हो पा रहे हैं आने के। साफ शब्दों में कह सकते हैं कि बॉक्सिंग जो फेक बिल्स हैं वो कहीं ना कहीं बढ़ गई। यस, फेक इनवॉइसेस की वजह से जेन्युइन बिजनेसमैन को परेशानी बढ़ रही है। तो जो फेक इनवॉइसेस वाले लोग थे उसको डिपार्टमेंट बहुत ज़्यादा नहीं पकड़ पा रहा है, उसकी वजह से जेन्युइन बिजनेसमैन को परेशानी हो रही है। एक कुछ चीज़ें मुझे लगता है कि डिपार्टमेंट लेवल के ऊपर ट्रेनिंग होने का भी बहुत बड़ा रोल इंपॉर्टेंट है कि उनकी रेगुलर ट्रेनिंग्स होनी चाहिए, क्योंकि बहुत बार ऐसी चीज़ें होती हैं जो चीज़ें निकल गई, जैसे पुराने साल हैं 19, 20, 20, 21, 21, 22 वगैरह के, अगर हमने बहुत कॉमनली जो उनमें देखा है कि जब रेगुलर टाइम लिमिट ख़त्म हो गया डिपार्टमेंट के पास, तो उनके पास एक एक्स्ट्रा टूल है जिसको हम लोग टेक्निकली सेक्शन 74 बोलते हैं। तो 74 एक्सेप्शन है, लेकिन उसको एक रेगुलर तरीके से ट्रीट किया गया कि हर केस में बना दिया गया, जबकि 74 सिर्फ अपवाद स्वरूप जहाँ पर कि फ्रॉडुलेंट टैक्स पेयर है वहीं हो सकता है। तो हर जेन्युइन बिजनेसमैन को जहाँ पर जेन्युइन ट्रांजैक्शंस थे उन केसेस में 74 नहीं हो सकता। तो ये एक अननेसेसरी का लिटिगेशन मैं कहूँगा कि पैदा हुआ है। जिवें कि
ਮੇਰੇ ਵੱਡੇ ਵੀਰ ਜੀ ਸੀਏ ਐਡਵੋਕੇਟ ਜਤਿਨ ਹਰਜਾਈ ਜੀ, ਜਿਹੜੇ ਕਿ ਜੈਪੁਰ ਤੋਂ ਉਚੇਚੇ ਤੌਰ ਤੇ ਸਾਨੂੰ ਪੜ੍ਹਾਉਣ ਲਈ ਪਹੁੰਚੇ ਨੇ, ਉਹਨਾਂ ਨੇ ਦੱਸਿਆ ਕਿ ਜੀਐਸਟੀ ਲਾਗੂ ਹੋਣ ਤੋਂ ਬਾਅਦ ਜਿਹੜੇ ਤਾਂ ਗਲਤ ਅਨਸਰ ਨੇ ਉਹਨਾਂ ਨੂੰ ਤਾਂ ਸਜ਼ਾਵਾਂ ਹੋ ਰਹੀਆਂ ਨੇ, ਪਰ ਉਹਨਾਂ ਕਰਕੇ ਜਿਹੜੇ ਆਮ ਗੁੱਡ ਬਿਜ਼ਨਸਮੈਨ ਨੇ ਉਹਨਾਂ ਨੂੰ ਬੜੀਆਂ ਸਮੱਸਿਆਵਾਂ ਆ ਰਹੀਆਂ ਨੇ। ਅੱਜ ਸਾਡਾ ਜੀਐਸਟੀ ਗਿਆਨ ਪਰਬ, ਜਿਹਦਾ ਆਯੋਜਨ ਇੰਡਾਇਰੈਕਟ ਟੈਕਸਿਸ ਕੰਸਲਟੈਂਟਸ ਐਸੋਸੀਏਸ਼ਨ ਲੁਧਿਆਣਾ ਵੱਲੋਂ ਕੀਤਾ ਗਿਆ ਸੀ, ਜਿਹਦੀ ਅੱਜ ਮੈਂ ਪ੍ਰਧਾਨ ਦੇ ਤੌਰ ਤੇ ਨੁਮਾਇੰਦਗੀ ਕਰ ਰਿਹਾ ਹਾਂ। ਸਾਡਾ ਮੰਤਵ ਇਹ ਸੀ ਕਿ ਅਸੀਂ ਮੌਜੂਦਾ ਕਾਨੂੰਨ ਦੇ ਪ੍ਰਾਵਧਾਨਾਂ ਦੇ ਨਾਲ ਆਪਣੇ ਚਾਰਟਰਡ ਅਕਾਊਂਟੈਂਟਸ ਨੂੰ ਜਾਣੂ ਕਰਵਾਈਏ, ਔਰ ਇਹ ਜਿਹੜਾ ਜਾਣੂ ਕਰਵਾਈਏ ਉਸ ਦੇ ਵਿੱਚ ਸਾਡੇ ਸਾਰੇ ਅਫਸਰ ਸਾਹਿਬਾਨ ਪਹੁੰਚੇ ਹੋਣ, ਇੱਕ ਬਹੁਤ ਸੁਚੱਜੀ ਸਿਹਤ ਦੇਣ ਵਾਲੀ ਡਿਸਕਸ਼ਨ ਹੋਵੇ, ਆਪਸ ਦੇ ਵਿੱਚ ਸੰਵਾਦ ਕਾਇਮ ਹੋਵੇ, ਜਿਹੜੀਆਂ ਸਾਡੀਆਂ ਸਮੱਸਿਆਵਾਂ ਨੇ ਉਹ ਅਸੀਂ ਮਾਨਯੋਗ ਅਫਸਰਾਂ ਸਾਹਿਬ ਨੂੰ ਦੱਸੀਏ, ਤੇ ਜਿਹੜੀਆਂ ਉਣਤਾਈਆਂ ਉਹਨਾਂ ਨੂੰ ਮਹਿਸੂਸ ਹੁੰਦੀਆਂ ਨੇ ਧਰਾਤਲ ਦੇ ਲੈਵਲ ਤੇ ਉਹ ਸਾਨੂੰ ਦੱਸਣ ਜੀ। ਮਾਨਯੋਗ ਪ੍ਰਿੰਸੀਪਲ ਕਮਿਸ਼ਨਰ ਸ਼੍ਰੀ ਸੁਗਰੀਵ ਮੀਨਾ ਜੀ IRS ਜਿਹੜੇ ਸਾਡੇ ਚੀਫ ਗੈਸਟ ਸੀਗੇ, ਔਰ ਗੈਸਟ ਆਫ ਆਨਰ ਸਾਡੇ ਜਿਹੜੇ ਮੈਡਮ ਰਣਧੀਰ ਕੌਰ ਗਿੱਲ ਜੀ DCST ਲੁਧਿਆਣਾ ਰਹੇ। ਇਹਨਾਂ ਦੋਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਟੈਕਸ ਪੇਅਰਸ, ਚਾਰਟਰਡ ਅਕਾਊਂਟੈਂਟਸ ਔਰ ਮਹਿਕਮਾ, ਇਹ ਤਿੰਨਾਂ ਨੂੰ ਰਲ ਮਿਲ ਕੇ ਕੰਮ ਕਰਨਾ ਪਏਗਾ, ਤਾਂ ਕਿ ਅਲਟੀਮੇਟ ਪਰਪਸ ਤਾਂ ਸਾਡਾ ਦੇਸ਼ ਦੀ ਤਰੱਕੀ ਹੈ। ਅਸੀਂ ਸਾਰੇ ਚਾਰਟਰਡ ਅਕਾਊਂਟੈਂਸੀ ਦਾ ਕੋਰਸ ਕਰਕੇ ਬਹੁਤ ਵਧੀਆ ਆਪਣਾ ਜੀਵਨ ਜਾਪਨ ਪਰਮਾਤਮਾ ਦੀ ਦਇਆ ਨਾਲ ਕਰਦੇ ਹਾਂ। ਸਾਡੀ ਡਿਊਟੀ ਬਣਦੀ ਅਸੀਂ ਸਮਾਜ ਨੂੰ ਚੰਗੀ ਸਿਹਤ ਲਈ ਗਾਈਡ ਕਰਦੇ ਰਹੀਏ, ਤੇ ਉਹੀ ਗਾਈਡ ਕਰਨ ਲਈ ਸਾਡੇ ਕੋਲ ਜਤਿਨ ਹਰਜਾਈ ਜੀ ਜਿਹੜੇ ਜੈਪੁਰ ਤੋਂ ਆਏ, ਸ਼ੈਲੇਸ਼ P ਸ਼ੇਠ ਜੀ ਐਡਵੋਕੇਟ ਸਾਹਿਬ ਮੁੰਬਈ ਤੋਂ ਆਏ, ਤੇ ਐਡਵੋਕੇਟ ਭਰਤ ਰਾਏ ਚੰਦਾਨੀ ਜੀ ਜਿਹੜੇ ਮੁੰਬਈ ਤੋਂ ਆਏ। ਅਸੀਂ ਮਤਲਬ ਟੈਕਸ ਨੂੰ ਅਸੀਂ ਲੜਾਈ ਨਹੀਂ ਬਣਾਉਣਾ ਚਾਹੁੰਦੇ, ਪਰ ਜਿਹੜਾ ਸਾਡਾ ਹੱਕ ਹੈ ਉਹ ਸਰਕਾਰ ਨੂੰ ਸਮਝ ਆਵੇ ਤੇ ਉਸੇ ਤਰੀਕੇ ਨਾਲ ਸਾਨੂੰ ਮਿਲੇ। ਜਿਸ ਤਰ੍ਹਾਂ ਸਾਹਿਬ ਨੇ ਦੱਸਿਆ ਕਿ ਮੈਂ ਆਹ ਕੈਮਰਾ ਕਿਸੇ ਤੋਂ ਖਰੀਦਿਆ, ਮੈਂ ਅੱਗੇ ਵੇਚ ਦਿੱਤਾ, ਜਿਹੜਾ ਮੈਂ ਵੇਚ ਦਿੱਤਾ ਉਹਦਾ ਟੈਕਸ ਮੈਂ ਕਰਾ ਦਿੱਤਾ, ਜਿਹੜਾ ਮੈਂ ਖਰੀਦਿਆ ਸੀ ਉੱਤੇ ਜਿਹੜਾ ਬਣਦਾ ਟੈਕਸ ਆ ਕਹਿੰਦੇ ਜੀ ਤੁਹਾਨੂੰ ਕ੍ਰੈਡਿਟ ਨਹੀਂ ਮਿਲਣਾ, ਕਿਉਂਕਿ ਜਿੱਥੋਂ ਤੁਸੀਂ ਖਰੀਦਿਆ ਸੀ ਨਾ ਉੱਤੋਂ ਜਿਹਨੇ ਖਰੀਦਿਆ ਸੀ, ਫਿਰ ਉੱਤੋਂ ਜਿਹਨੇ ਖਰੀਦਿਆ ਸੀ ਉਹਨੇ ਟੈਕਸ ਨਹੀਂ ਜਮ੍ਹਾਂ ਕਰਾਇਆ, ਜਾਂ ਉਹ ਬੰਦਾ ਸਾਨੂੰ ਮਿਲਿਆ ਨਹੀਂ। ਇਹ ਚੀਜ਼ਾਂ ਜਿਹੜੀਆਂ ਨੇ ਗਲਤੀ ਕਿਸੇ ਦੀ ਤੇ ਭੁਗਤਾਨ ਸਾਨੂੰ ਨਾ ਕਰਨਾ ਪਵੇ, ਕਿਉਂਕਿ ਇਸ ਤਰੀਕੇ ਨਾਲ ਕੀ ਹੁੰਦਾ ਕਿ ਲੋਕ GST ਦਾ ਨੰਬਰ ਨਹੀਂ ਲੈਂਦੇ। ਪੰਜਾਬੀ 'ਚ ਅਸੀਂ ਹਮੇਸ਼ਾ ਕਹਿੰਦੇ ਚੱਕਰ 'ਚ ਨਹੀਂ ਪੈਣਾ। ਉਹ ਚੱਕਰ ਨੂੰ ਖਤਮ ਹੋਣ ਲਈ ਇੱਕ ਟਰਾਂਸਪੇਰੈਂਸੀ ਹੋਣੀ ਚਾਹੀਦੀ। GST ਦਾ ਮੁੱਖ ਮੰਤਵ ਹੀ ਸੀਗਾ ਕਿ ਪਾਰਦਰਸ਼ੀ ਸਿਸਟਮ ਹੋਵੇ। ਐਸੀਆਂ ਚੀਜ਼ਾਂ ਨੇ ਕਿ ਸਾਹਮਣੇ ਵਾਲੇ ਦਾ ਕਿਸ ਕਾਰਨ ਤੇ ਟੈਕਸ ਦਾ ਨੰਬਰ ਕੈਂਸਲ ਕੀਤਾ ਉਹਦੀ ਮੈਨੂੰ ਜਾਣਕਾਰੀ ਨਹੀਂ ਹੁੰਦੀ, ਮੇਰਾ ਇਨਪੁਟ ਟੈਕਸ ਕ੍ਰੈਡਿਟ ਬਲੌਕ ਕਰ ਦਿੱਤਾ ਜਾਂਦਾ।